ਤੋਂ ਬਿਨਾਂ ਮੇਰੇ ਕੋਲੋਂ ਜੀਵਿਆ ਨਹੀਂ ਜਾਂਦਾ। ਇਹ ਅਵਸਥਾ ਸਾਡੇ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਨੂੰ ਪ੍ਰਾਪਤ ਜਿਸ ਵਕਤ ਸਤਿਗੁਰੂ ਜੀ ਨੇ ਭਾਣਾ ਵਰਤਾਉਣਾ ਸੀ ਨਾ, ਜੋਤੀ ਜੋਤ ਸਮਾਉਣਾ ਸੀ, ਮਹਾਰਾਜ ਆਖਿਆ ਸੀ ਸਾਹਿਬ ਕੌਰਾਂ ਤੁਸੀਂ ਹੁਣ ਦਿੱਲੀ ਚਲੇ ਜਾਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਖਾਲਸੇ ਦੇ ਮਾਤਾ ਸਾਹਿਬ ਕੌਰ ਜੀ ਨੇ, ਸੱਚੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਅੰਨ ਪਾਣੀ ਨਹੀਂ ਗ੍ਰਹਿਣ ਕਰਦੇ, ਮਹਾਰਾਜ ਸਾਡੇ ਜੀਵਨ ਦਾ ਨਿਰਵਾਹ ਕਿਵੇਂ ਹੋਵੇਗਾ। ਸਤਿਗੁਰਾਂ ਜੀ ਨੇ ਆਪਣੇ ਗਾਤਰੇ ਤੋਂ ਸਾਧ ਸੰਗਤ ਜੀ ਸ਼ਸਤਰ ਦਿੱਤਾ ਸੀ। ਕਈਆਂ ਇਤਿਹਾਸਕਾਰਾਂ 5 ਸ਼ਸਤਰ ਕਹੇ ਹੈ ਤੇ ਕਵੀਰਾਜ ਜੀ ਨੇ ਇੱਕ ਤੇਗੇ ਦਾ ਜ਼ਿਕਰ ਕੀਤਾ ਹੈ। ਉਹ ਤੇਗ ਸਾਧ ਸੰਗਤ ਜੀ ਅੱਜ ਵੀ ਮਾਤਾ ਸੁੰਦਰ ਕੌਰ ਜੀ ਦੇ ਅਸਥਾਨ ਦਿੱਲੀ ਸੰਗਤਾਂ ਦਰਸ਼ਨ ਕਰਦੀਆਂ ਹਨ, ਜਿੱਥੇ ਮਾਤਾ ਸਾਹਿਬ ਜੀ ਹਵੇਲੀ ਵਿੱਚ ਰਹੇ ਸੀ, ਆਪਣਾ ਜੀਵਨ ਦਾ ਲੰਮਾ ਸਮਾਂ ਮਹਾਰਾਜ ਦੀ ਆਗਿਆ ਨਾਲ ਬਤੀਤ ਕੀਤਾ ਸੀ। ਹਜੂਰ ਨੇ ਆਪਣਾ ਉਹ ਜਿਹੜਾ ਸੀ ਨਾ ਸ਼ਸਤਰ ਗਾਤਰਿਓਂ ਕੱਢ ਕੇ ਮਹਾਰਾਜ ਦਿੱਤਾ। ਆਖਿਆ ਸਾਹਿਬ ਕੌਰਾਂ ਇਹ ਸ਼ਸਤਰ ਸਾਡੇ ਦਾਦਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਏ। ਸਾਡੇ ਦਾਦਾ ਸਤਿਗੁਰੂ ਜੀ ਇਸ ਸ਼ਸਤਰ ਨੂੰ ਆਪਣੇ ਗਾਤਰੇ ਪਹਿਨਦੇ ਰਹੇ ਹੈ। ਜਦੋਂ ਤੁਹਾਡਾ ਅੰਮ੍ਰਿਤ ਵੇਲੇ ਸਾਡੇ ਦਰਸ਼ਨਾਂ ਦਾ ਨਿਯਮ ਹੋਵੇ, ਨਿਤਨੇਮ ਕਰਕੇ ਇਸ ਸ਼ਸਤਰ ਦਾ ਦਰਸ਼ਨ ਕਰਿਓ, ਸਾਡਾ ਦਰਸ਼ਨ ਪ੍ਰਤੱਖ ਹੋਵੇਗਾ ਤੇ ਆਪ ਦਾ ਤੁਸੀਂ ਨਿਰਵਾਹ ਕਰ ਲਿਓ। ਸਤਿਗੁਰੂ ਜੀ ਤੋਂ ਵਿਛੜਨਾ ਨਹੀਂ ਚਾਹੁੰਦੇ ਮਾਤਾ ਸਾਹਿਬ ਕੌਰ ਜੀ। ਉਹ ਬੜਾ ਹੀ ਸਾਧ ਸੰਗਤ ਜੀ ਬੇਬਲਤਾ ਵਾਲਾ ਦ੍ਰਿਸ਼ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਪੇਸ਼ ਕੀਤਾ ਹੈ। ਅਕਸਰ ਹੁਕਮ ਅੱਗੇ ਵੇਰ ਨਹੀਂ ਨਾ ਹੁੰਦੀ। ਮਹਾਰਾਜ ਜੀ ਨੇ ਆਗਿਆ ਕਰ ਦਿੱਤੀ, ਸਿੰਘ ਤਿਆਰ ਕਰ ਦਿੱਤੇ, ਪਾਲਕੀ ਤਿਆਰ ਹੋ ਗਈ। ਜਦੋਂ ਤੁਰਨਾ ਸੀ ਮਾਤਾ ਸਾਹਿਬ ਜੀ ਨੇ ਚਰਨਾਂ ਨੂੰ ਪਰਸਿਆ। ਹਜੂਰ ਨੇ ਕਹਿ ਕੇ ਉਠਾਇਆ ਆਪ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਕੇ ਬਹੁਤ ਨੇਤਰ ਭਰ ਕੇ ਦਰਸ਼ਨ ਕੀਤਾ। ਤੇ ਜਿਸ ਵਕਤ ਕਵੀਰਾਜ ਲਿਖਦੇ ਕਿ ਮਾਤਾ ਜੀ ਪਾਲਕੀ ਵਿੱਚ ਚੜ੍ਹਨ ਲੱਗੇ, ਫਿਰ ਦੋਵੇਂ ਹੱਥ ਹਜੂਰ ਨੂੰ ਜੋੜ ਕੇ ਪੁੱਛਿਆ ਮਹਾਰਾਜ ਇਹ ਦਰਸ਼ਨ ਕਦੇ ਹੋਣਗੇ। ਸਤਿਗੁਰੂ ਜੀ ਕਹਿੰਦੇ ਨੇ ਸਾਹਿਬ ਕੌਰਾਂ ਇਸ ਜਾਮੇ ਵਿੱਚ ਨਹੀਂ ਹੋਣੇ। ਹੁਣ ਤੁਸੀਂ ਧਿਆਨ ਵਿੱਚ ਜੁੜੋ, ਨਿਰੰਕਾਰ ਦੀ ਆਰਾਧਨਾ ਵਿੱਚ ਜੁੜ ਜਾਓ। ਬਹੁਤ ਬੇਬਲਤਾ ਨਾਲ ਪਾਲਕੀ ਵਿੱਚ ਚੜ੍ਹਿਆ ਨਾ ਸੀ ਜਾਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆਗਿਆ ਨਾਲ ਜਦੋਂ ਪਾਲਕੀ ਵਿੱਚ ਚੜ੍ਹੇ ਹੈ, ਜਦੋਂ ਉਸ ਪਾਲਕੀ ਨੂੰ ਉਠਾਇਆ ਹੈ, ਕਵੀਰਾਜ ਲਿਖਦੇ ਹੈ ਕਿ ਮਾਤਾ ਜੀ ਪਾਲਕੀ ਵਿੱਚੋਂ ਵੀ ਸਤਿਗੁਰਾਂ ਦੇ ਦੂਰ ਤੱਕ ਦਰਸ਼ਨ ਕਰਦੇ ਰਹੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਉਸ ਜਾਮੇ ਵਿੱਚ ਇਹ ਆਖਰੀ ਦਰਸ਼ਨ। ਜਦੋਂ ਮਾਤਾ ਜੀ ਨੂੰ ਪਤਾ ਲੱਗਿਆ, ਦਿੱਲੀ ਖਬਰ ਪਹੁੰਚੀ ਕਿ ਚੋਜੀ ਪਾਤਸ਼ਾਹ ਭਾਣਾ ਵਰਤਾ ਦਿੱਤਾ ਹੈ, ਮਹਾਰਾਜ ਜੋਤੀ ਜੋਤ ਸਮਾ ਗਏ ਹੈ, ਮਾਤਾ ਸਾਹਿਬ ਜੀ ਨੇ ਇੱਕ ਚੌਂਕੜੇ ਵਿੱਚ ਰਹਿ ਕੇ ਸਰੀਰ ਤਿਆਗ ਦਿੱਤਾ ਸੀ। ਨਾ ਕੋਈ ਅੰਨ ਦਾ ਦਾਣਾ, ਨਾ ਜਲ ਦੀ ਬੂੰਦ ਇਹ ਮੁਖ ਵਿੱਚ ਨਹੀਂ ਸੀ ਪਾਈ। ਇਹ ਸਾਧ ਸੰਗਤ ਜੀ ਇਹ ਪਤੀਵਰਤਾ ਧਰਮ ਦਾ ਸਿਖਰ ਹੈ। ਮਾਤਾ ਸਾਹਿਬ ਕੌਰ ਜੀ ਨੇ ਦਿੱਲੀ ਦਾ ਉਹ ਸਥਾਨ ਗੁਰਦੁਆਰਾ ਬਾਲਾ ਸਾਹਿਬ, ਮਾਤਾ ਜੀ ਨੇ ਚੌਂਕੜੇ ਵਿੱਚ ਰਹਿ ਕਰਕੇ ਆਪਣਾ ਸਰੀਰ ਤਿਆਗ ਕੇ ਸਤਿਗੁਰੂ ਜੀ ਦੇ ਸਰੂਪ ਵਿੱਚ ਅਭੇਦ ਹੋ ਗਏ। ਜਿਹੜਾ ਮਾਤਾ ਜੀ ਦਾ ਜਨਮ ਅਸਥਾਨ ਹੈ ਨਾ ਸਾਧ ਸੰਗਤ ਜੀ, ਉਹ ਪਾਕਿਸਤਾਨ ਦੇ ਅੰਦਰ ਹੈ ਤੇ ਉੱਥੇ ਜਾਣ ਦਾ ਪ੍ਰੋਗਰਾਮ ਸੀਗਾ, ਪਰ ਦਰਸ਼ਨ ਕਰਨ ਵਾਸਤੇ ਨਹੀਂ ਜਾਇਆ ਜਾ ਸਕਿਆ। ਪਰ ਮੈਨੂੰ ਇੰਗਲੈਂਡ ਦੇ ਸਿੰਘਾਂ ਆਖਿਆ ਕਿ ਉੱਥੇ ਉਸ ਅਸਥਾਨ ਦੀ ਸੇਵਾ ਦੀ ਲੋੜ ਹੈ, ਕਿਉਂਕਿ ਬਹੁਤ ਛੋਟਾ ਜਿਹਾ ਹੀ ਅਸਥਾਨ ਹੈ। ਖਾਲਸੇ ਪੰਥ ਦੇ ਮਾਤਾ ਜੀ ਦਾ ਜਨਮ ਅਸਥਾਨ ਹੋਵੇ ਤੇ ਬਹੁਤ ਛੋਟਾ ਅਸਥਾਨ ਹੈ, ਬਹੁਤ ਜ਼ਿਆਦਾ ਉੱਥੇ ਸੇਵਾ ਦੀ ਲੋੜ ਹੈ। ਜਿਵੇਂ ਸਤਿਗੁਰਾਂ ਜੀ ਨੂੰ ਪਾਇਆ, ਪੰਥ ਦਾ ਧਿਆਨ ਉੱਧਰ ਨੂੰ ਜਾਵੇ ਤੇ ਉਹ ਸੇਵਾ ਜ਼ਰੂਰ ਹੋਣ ਵਾਲੀ ਹੈ। ਮਾਤਾ ਸਾਹਿਬ ਜੀ ਨੇ ਇਉਂ ਪਤੀਵਰਤਾ ਧਰਮ ਵਿੱਚ ਪਰਪੱਕ ਰਹਿ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਵਿੱਚ ਆਪਣੇ ਸਰੂਪ ਨੂੰ ਅਭੇਦ ਕੀਤਾ। ਇਹ ਮਹਾਰਾਜ ਜੀ ਨੇ ਦਿਖਾਇਆ ਹੈ ਕਿ ਪ੍ਰੇਮ ਦਾ ਉਮਾੜਾ ਹੈ, ਜਿਹ ਬਾਝ ਨਾ ਜੀਆ ਜਾਏ। ਮਹਾਰਾਜ ਤੋਂ ਬਿਨਾਂ ਜੀਆ ਹੀ ਨਹੀਂ ਜਾਂਦਾ, ਜੀਵਨ ਹੀ ਨਹੀਂ ਰੱਖਣਾ ਪਾਉਂਦਾ। ਇਹ ਮਾਤਾ ਜੀ ਨੇ ਜੀਵਨ ਹੀ ਨਹੀਂ ਰੱਖਿਆ, ਮਹਾਰਾਜ ਦੇ ਅੰਦਰ ਹੀ ਆਪਣਾ ਸਰੂਪ ਅਭੇਦ ਕਰ ਲਿਆ। ਪਹਿਲੇ ਦਰਜੇ ਦੀਆਂ ਜਿਹੜੀਆਂ ਸਤੀਆਂ ਹਨ ਸਾਧ ਸੰਗਤ ਜੀ, ਉਹ ਇਹ ਅਖਵਾਉਂਦੀਆਂ ਤੇ
ਜਿੱਦਾਂ ਦੱਸਿਆ ਸੀ ਕਿ ਪਤੀ ਕੀ ਬਾਬਤ ਸੁਣਨਾ, ਉਹਦੀ ਚਿੱਠੀ ਆਉਣੀ, ਇਹ ਸਾਧ ਸੰਗਤ ਜੀ ਗੁਰਸਿੱਖਾਂ ਦਾ ਕੀ ਹੈ, ਪਤੀ ਵਰਤਾ ਧਰਮ ਮਹਾਰਾਜ ਦਾ ਉਪਦੇਸ਼ ਰੂਪੀ ਜਿਹੜਾ ਪੱਤਰ ਹੈ ਨਾ, ਉਹ ਸੁਣਦੇ ਆ ਕਥਾ ਕੀਰਤਨ ਵਿੱਚ। ਜਦੋਂ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਧਿਆਨ ਲੱਗਾ ਰਹਿੰਦਾ ਮਹਾਰਾਜ ਵੱਲ। ਪਰ ਜਦੋਂ ਉੱਠ ਕੇ ਆਪਣੀਆਂ ਜਿਹੜੀਆਂ ਹਨ ਦੁਨਿਆਵੀ ਕੰਮਾਂ ਵਿਹਾਰਾਂ ਵੱਲ ਚੱਲ ਪੈਂਦੇ ਆ, ਫਿਰ ਧਿਆਨ ਭੁੱਲ ਜਾਂਦਾ ਹੈ, ਵਿਹਾਰਾਂ ਵਿੱਚ ਲੱਗ ਜਾਂਦੇ ਆ, ਫਿਰ ਵਿਸਰ ਹੀ ਜਾਂਦਾ ਹੈ। ਪਰ ਫਿਰ ਵੀ ਆਪਣੀ ਕਿਰਤ ਕਰਦਿਆਂ ਉਹਨਾਂ ਨੂੰ ਅਗਿਆਤ ਜਿਹੜੀ ਹੈ ਨਾ ਉਹ ਯਾਦ ਕਿ ਮੈਂ ਮਹਾਰਾਜ ਦਾ ਸਿੱਖ ਹਾਂ, ਪਾਪ ਕਰਮ ਨਹੀਂ ਕਰਨਾ, ਫਿਰ ਵੀ ਬੁਰੇ ਕਰਮਾਂ ਤੋਂ ਬਚਦੇ ਹੈ। ਜਿਹੜੇ ਦੋਵੇਂ ਟਾਈਮ ਆਪਣੇ ਪਤੀ ਪਰਮੇਸ਼ਰ ਦੀ ਬਾਬਤ ਸੰਗਤ ਵਿੱਚ ਸੁਣਨ ਵਾਸਤੇ ਆਉਂਦੇ ਆ, ਜਿੰਨਾ ਚਿਰ ਸੁਣਦੇ ਆ ਬੜਾ ਉਤਸ਼ਾਹ ਆਉਂਦਾ ਹੈ, ਬੜਾ ਪ੍ਰੇਮ ਆਉਂਦਾ ਹੈ। ਪਰ ਜਦੋਂ ਉੱਠ ਕੇ ਦੁਕਾਨ ਖੋਲ੍ਹ ਲਈ, ਹੋਰ ਕੰਮ 'ਤੇ ਚੱਲ ਪਏ, ਫਿਰ ਭੁੱਲ ਜਾਂਦਾ ਹੈ। ਤੇ ਸਾਧ ਸੰਗਤ ਜੀ ਇੱਕ ਫਿਰ ਐਸੇ ਹੈ ਜਿਨ੍ਹਾਂ ਨੂੰ ਮਹਾਰਾਜ ਦਾ ਨਾਮ ਸੁਣ ਸੁਣ ਕੇ, ਕਥਾ ਕੀਰਤਨ ਸੁਣ ਸੁਣ ਕੇ ਇੰਨਾ ਬਰਾਗ ਪੈਦਾ ਹੋ ਜਾਂਦਾ ਹੈ ਕਿ ਕੰਮ ਤਾਂ ਕਰਦੇ ਹੈ, ਵਿਹਾਰ ਤਾਂ ਕਰਦੇ ਹੈ, ਪਰ ਵਿਹਾਰ ਵਿੱਚ ਉਹਨਾਂ ਦਾ ਚਿੱਤ ਨਹੀਂ ਹੁੰਦਾ, ਵਿਹਾਰ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ। ਪ੍ਰੀਤਮ ਪਿਆਰੇ ਦੇ ਯਾਦ ਵਿੱਚ ਹੀ ਆਪਣੇ ਸਾਧ ਸੰਗਤ ਜੀ ਵਿਹਾਰ ਨੂੰ ਕਰਦੇ ਰਹਿੰਦੇ ਹੈ। ਜਿਵੇਂ ਪਤੀ ਵਰਤਾ ਇਸਤਰੀ ਕੰਮ ਕਰਦੇ ਆ, ਉਹਦੇ ਕੋਲੋਂ ਕੋਈ ਨੁਕਸਾਨ ਵੀ ਹੋ ਜਾਏ ਤੇ ਫਿਰ ਲਾਗੋਂ ਕੋਈ ਦੱਸਦਾ ਕਿ ਆਹ ਕੀ ਕਰਤਾ, ਉਹਨੂੰ ਪਤੀ ਦੀ ਯਾਦ ਵਿੱਚ ਪਤਾ ਹੀ ਨਹੀਂ ਲੱਗਦਾ, ਕਿਉਂਕਿ ਕੰਮ ਤਾਂ ਸਰੀਰ ਕਰ ਰਿਹਾ, ਮਨ ਤਾਂ ਉਹਦੀ ਯਾਦ ਵਿੱਚ ਜੁੜਿਆ ਪਿਆ। ਇਸ ਤਰ੍ਹਾਂ ਰੱਬ ਦੇ ਪਿਆਰੇ ਸਾਧ ਸੰਗਤ ਜੀ ਯਾਦ ਵਿੱਚ ਮਨ ਜੁੜਿਆ ਹੋਇਆ ਤੇ ਕਦਾਚਿਤ ਵੀ ਸਰੀਰ ਕਰਕੇ ਉਹ ਖਿਆਲ ਨਹੀਂ ਰੱਖਦੇ, ਸਰੀਰ ਕਰਕੇ ਕੰਮ ਕਰਦੇ ਆ, ਕਿਰਤ ਕਰਦੇ ਆ, ਪਰ ਇਹੋ ਜਿਹੀ ਬਰਾਗ ਦੀ ਅਵਸਥਾ ਹੈ ਕਿ ਹਰ ਵੇਲੇ ਮਨ ਮਹਾਰਾਜ ਜੀ ਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ ਹੈ। ਫਿਰ ਤੀਸਰੀ ਜਿਹੜੀ ਕਹੀ ਸੀ, ਜਿਹਨੂੰ ਸਿਖਰ ਦੀ ਅਵਸਥਾ ਹੈ, ਜਿਹੜੀ ਮਾਤਾ ਸਾਹਿਬ ਕੌਰ ਜੀ ਦੇ ਆਪਣੇ ਤੇ ਪ੍ਰਗਟ ਕਰਕੇ ਦਿਖਾਈ ਹੈ, ਉਹ ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਖ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਨਾ, ਉਦੋਂ ਇਹ ਹਾਲਤ ਹੋ ਜਾਂਦੀ ਹੈ। ਉਦੋਂ ਫਿਰ ਸਾਧ ਸੰਗਤ ਜੀ ਇਹ ਜਿਹੜੀਆਂ ਨਾ ਭੂਮਿਕਾਵਾਂ ਸਰੀਰ 'ਤੇ ਆਉਂਦੀਆਂ, 6 ਭੂਮਿਕਾ ਤੱਕ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ ਕਿ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂਡੇ ਕਾਗ, ਤੇ ਕਹਿੰਦੇ ਨੇ ਅਜੋ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਨੇ ਵੇਖ ਮੇਰੇ ਭਾਗ, ਵੇਖ ਹਾਲਤ ਕੀ ਹੋ ਗਈ, ਤਨ ਸੁੱਕਾ ਪਿੰਜਰ ਥੀਆ। ਬੈਰਾਗ ਵਿੱਚ ਸਾਧ ਸੰਗਤ ਜੀ ਉਹ ਸਰੀਰ ਨੂੰ ਹੀ ਸਮਾਪਤ ਕਰਨ, ਉਹਨਾਂ ਨੂੰ ਇਹ ਨਹੀਂ ਹੁੰਦਾ ਮੇਰਾ ਸਰੀਰ ਮੁੱਕ ਜਾਏਗਾ, ਕਹਿੰਦੇ ਨਹੀਂ ਮਹਾਰਾਜ ਤੂੰ ਮਿਲ ਜਾਏ। ਉਹ ਇਹੋ ਜਿਹੀ ਅਵਸਥਾ ਹੁੰਦੀ ਹੈ ਜਿਵੇਂ ਫਰੀਦ ਜੀ ਨੇ ਆਪਣੇ ਸਰੀਰ 'ਤੇ ਪ੍ਰਗਟ ਕਰਕੇ ਦਿਖਾਈ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਪਿੰਜਰਾ ਹੀ ਬਣ ਗਿਆ, ਤੇ ਉਹ ਪਿੰਜਰਾ ਹੀ ਜਾਣ ਕਰਕੇ ਤਲੀਆਂ ਖੂੰਡੇ ਕਾਂਗ, ਉਹ ਕਾਗ ਜਿਹੜੇ ਕਾਂ ਸੀ ਨਾ, ਉਹ ਤਲੀਆਂ 'ਤੇ ਆ ਕੇ ਠੂੰਗੇ ਮਾਰਦੇ ਆ ਤੇ ਅੱਲਾ ਨੂੰ ਸੰਬੋਧਨ ਹੋਏ ਗੱਲਾਂ ਤਾਂ ਪਰਮੇਸ਼ਰ ਨਾਲ ਹੀ ਕਰਦੇ ਆ ਨਾ। ਅਜੇ ਸੋ ਰੱਬ ਨਾ ਬੌੜਿਓ, ਕਹਿੰਦੇ ਅਜੇ ਵੀ ਅੱਲਾ ਵੇਖੋ ਨਹੀਂ ਬੌੜਿਆ, ਮੇਰੇ ਭਾਗ ਤਾਂ ਵੇਖੋ। ਇਹ ਸਾਧ ਸੰਗਤ ਜੀ ਜਦੋਂ ਸਾਖਿਆਤਤਾ ਹੋਣੀ ਹੁੰਦੀ ਹੈ ਨਾ, ਉਦੋਂ ਬਸ ਇਹ ਸਿਖਰ ਹੀ ਹੁੰਦਾ ਹੈ। ਜਦੋਂ ਸਰੀਰ ਦਾ ਭਾਵ ਮੁੱਕ ਜਾਂਦਾ ਹੈ, ਦੇਹ ਦੇ ਆਸ ਦੇ ਪਿੰਜਰੇ ਨੂੰ ਤੋੜ ਕੇ ਆਜ਼ਾਦ ਹੁੰਦੇ, ਉਦੋਂ ਬ੍ਰਹਮ ਗਿਆਨ ਹੋ ਜਾਂਦਾ, ਫਿਰ ਪਰਮੇਸ਼ਰ ਵਿੱਚ ਅਭੇਦ ਹੋ ਜਾਈਦਾ ਹੈ। ਇਹੀ ਪ੍ਰੇਮ ਦਾ ਉਮਾੜਾ ਹੀ ਮਿਲਾਉਂਦਾ ਹੈ, ਇਹ ਪ੍ਰੇਮ ਦਾ ਉਤਸ਼ਾਹ ਹੀ ਮਿਲਾਉਂਦਾ ਮਹਾਰਾਜ ਦੇ ਨਾਲ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹ ਇਹ ਅਵਸਥਾ ਹੁੰਦੀ ਹੈ, ਕਹਿੰਦੇ ਨੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨ ਸਕਾਂ ਤੁਝ ਕਨ ਪਿਆਰੇ, ਭੇਜ ਨ ਸਕਾਂ ਕੋਏ। ਆਓ ਸੁਭਾਗੀ ਨਿੰਦੜੀਏ, ਮਤ ਸੋ ਦੇਖਾਂ ਸੋਏ। ਇਹੋ ਜਿਹੀ ਪ੍ਰੇਮ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਉਮਾੜਾ ਪ੍ਰੇਮ ਦਾ ਦਿਖਾਇਆ ਹੈ, ਪ੍ਰੇਮ ਦਾ ਉਛਾਲਾ ਦਿਖਾਇਆ ਹੈ। ਸਾਧ ਸੰਗਤ ਜੀ ਸੁਪਨੇ ਵਿੱਚ ਵੀ ਜਦੋਂ ਦਰਸ਼ਨ ਹੋ ਜਾਂਦਾ ਹੈ ਨਾ, ਤੇ ਸੁਪਨੇ ਦਾ ਦਰਸ਼ਨ ਵੇਖ ਕਰਕੇ ਹੀ ਨਾ, ਸੁਪਨੇ ਆਇਆ ਭੀ ਗਿਆ, ਚਲੇ ਗਿਆ ਦਰਸ਼ਨ, ਸੁਪਨਾ ਆਇਆ ਚਲੇ ਗਿਆ, ਪਰ ਕੀ ਹੋਇਆ, ਮੈਂ ਜਲ ਭਰਿਆ ਰੋਏ।
ਜਲ ਆ ਗਿਆ ਅੱਖਾਂ ਵਿੱਚ, ਰੋ ਰੋ ਕੇ ਉੱਠ ਕੇ ਵੀ ਬਰਾਗ, ਉਹ ਸੁਪਨਾ ਹੀ ਚੇਤਾ ਹੀ ਹੈ, ਭੁੱਲਦਾ ਹੀ ਨਹੀਂ। ਜਿਵੇਂ ਭਾਈ ਗੁਰਦਾਸ ਜੀ ਨੇ ਵੇਖ ਲਿਆ ਸੀ ਕਾਂਸ਼ੀ ਵਿੱਚ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਿਆਂ ਸਾਰਾ ਦਿਨ ਔਂਸੀਆਂ ਪਾਉਂਦਿਆਂ ਲੰਘ ਜਾਂਦਾ ਹੈ, ਸਾਰੀ ਰਾਤ ਵਿਯੋਗ ਵਿੱਚ ਲੱਗ ਜਾਂਦੀ ਹੈ। ਵਿਯੋਗ ਵਿੱਚ ਜੁੜਿਆਂ ਹੋਇਆਂ ਦੀ ਅੱਖ ਲੱਗ ਗਈ। ਕਹਿੰਦੇ ਨੇ ਸੁਪਨ ਚਰਿੱਤਰ ਚਿੱਤਰ ਬਾਨ ਕੇ ਬਨੇ ਪਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਸਾਧ ਸੰਗਤ ਜੀ, ਇਹ ਪ੍ਰੇਮ ਦੀ ਅਵਸਥਾ। ਭਾਈ ਗੁਰਦਾਸ ਸਾਹਿਬ ਸੁਪਨੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਵੇਖਿਆ। ਕੀ ਹੋਇਆ? ਆਪਣੇ ਕਬਿਤ ਸਵਈਆਂ ਵਿੱਚ ਕਹਿੰਦੇ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਬਬੀਹੇ ਨੇ ਕਹਿੰਦੇ ਹੁਣੀ ਬੋਲਣਾ ਸੀ, ਬਬੀਹਾ ਬੋਲਿਆ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਗੁਰ ਬਿਰਹੋ ਜਗਾਏ ਹੈ। ਸਾਡੇ ਕਹਿੰਦੇ ਚਿੱਤ ਦੀ ਉਹ ਅਵਸਥਾ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਉੱਠਦੀ ਹੈ। ਮੇਰਾ ਦਿਲ ਹਿਰਦਾ ਭਾਈ ਗੁਰਦਾਸ ਜੀ ਕਹਿੰਦੇ ਤੜਪ ਪਿਆ ਕਿ ਕਿਉਂ ਮੇਰੀ ਜਾਗ ਖੁੱਲੀ ਨਹੀਂ ਸੀ, ਜਾਗ ਖੁੱਲਣੀ ਚਾਹੀਦੀ। ਇਸੇ ਕਰਕੇ ਉਹ ਪਿਆਰ ਦੀ ਅਵਸਥਾ ਮਹਾਰਾਜ ਦਿਖਾਈ ਹੈ। ਆਏ ਨ ਸਕਾਂ ਤੁਝ ਕੰਨ ਪਿਆਰੇ, ਕੰਨ ਵੱਲ ਕਹਿੰਦੇ ਹੈ। ਇਹ ਬੋਲੀ ਵਰਤੀ ਮਹਾਰਾਜ ਜੀ ਨੇ ਬਾਣੀ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਜਗਿਆਸੂ ਦੀ ਜਾਗਰਤ ਅਵਸਥਾ ਹੁੰਦੀ ਹੈ ਨਾ, ਭਾਵ ਜਦੋਂ ਜਾਗ ਰਹੇ ਹੁੰਦੇ, ਜਿਵੇਂ ਅਸੀਂ ਜਾਗਦੇ ਹਾਂ, ਇਹ ਜਾਗਣਾ ਸਰੀਰ ਦਾ। ਸਾਧ ਸੰਗਤ ਜੀ ਪਿਆਰੇ ਦੀ ਯਾਦ ਵਿੱਚ ਜੁੜਦੇ ਆ। ਕਦੇ ਫਿਰ ਕੋਈ ਫੁਰਨਾ ਤੰਗ ਕਰਦਾ, ਕਦੇ ਕੋਈ ਚੀਜ਼ ਤੰਗ ਕਰਦੀ ਹੈ। ਬੜਾ ਯੁੱਧਮਈ ਹੈ, ਸੰਘਰਸ਼ਮਈ ਉਹਨਾਂ ਦਾ ਸਾਧ ਸੰਗਤ ਜੀ ਜੀਵਨ ਹੁੰਦਾ ਸਾਰਾ। ਫਿਰ ਮਹਾਰਾਜ ਨੂੰ ਤਰਲਾ ਲੈ ਕੇ ਕਹਿੰਦੇ, ਮਹਾਰਾਜ ਮੈਂ ਤਾਂ ਆਏ ਨਾ ਸਕਾਂ ਤੁਝ ਕੰਨ ਪਿਆਰੇ, ਆ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਜਿੰਨਾ ਚਿਰ ਆਵਣ ਦੇ ਤਾਂ ਆਵਾਂ, ਮਹਾਰਾਜ ਤੂੰ ਆਉਣ ਦਵੇਂ ਤਾਂ ਮੈਂ ਤੇਰੇ ਤੱਕ ਆ ਸਕਦਾ, ਕਿਉਂਕਿ ਤੇਰੀ ਚੰਬੇੜੀ ਹੋਈ ਮਾਇਆ ਨਹੀਂ ਮੇਰਾ ਖਹਿੜਾ ਛੱਡਦੀ। ਮਹਾਰਾਜ ਨਾਲ ਗੱਲਾਂ ਕਰਦੇ ਆ। ਆਪਾਂ ਤਾਂ ਗੱਲਾਂ ਕਰਨ ਵਾਲਾ ਕੋਈ ਲੱਭਦੇ ਆ ਨਾ, ਉਹਨਾਂ ਨਾਲ ਕੋਈ ਨਹੀਂ, ਪਰਮੇਸ਼ਰ ਨਾਲ ਗੱਲਾਂ ਕਰਦੇ ਆ। ਕਹਿੰਦੇ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ। ਮਹਾਰਾਜ ਕਿਸੇ ਨੂੰ ਭੇਜ ਵੀ ਨਹੀਂ ਸਕਦੇ। ਮਹਾਰਾਜ ਕਹਿੰਦੇ ਕੀ ਚਾਹੀਦਾ? ਕਹਿੰਦੇ ਆਓ ਸੁਭਾਗੀ ਨੀਂਦੜੀਏ, ਨੀਂਦਰੇ ਤੂੰ ਹੀ ਆ ਜਾ। ਫਿਰ ਜਾਗਦਿਆਂ ਤਾਂ ਧੁੰਦਵਾਦ ਬਣਿਆ ਹੋਇਆ, ਮਤ ਸਹੁ ਦੇਖਾਂ ਸੋਏ। ਕਿਤੇ ਫਿਰ ਮੈਂ ਨੀਂਦ ਵਿੱਚ ਹੀ, ਸੁਪਨੇ ਵਿੱਚ ਹੀ ਪਿਆਰੇ ਦਾ ਦਰਸ਼ਨ ਵੇਖ ਲਵਾਂ। ਇਹ ਸਾਧ ਸੰਗਤ ਜੀ ਦਰਸ਼ਨਾਂ ਦੇ ਵੇਖਣ ਦੀ ਖਿੱਚ ਵੈ। ਤੇ ਦਰਸ਼ਨ ਵੀ 4 ਪ੍ਰਕਾਰ ਦੇ ਮੰਨੇ ਜਾਂਦੇ, ਉਸ ਸਮਾਂ ਇਹਨਾਂ ਨਹੀਂ। ਫਿਰ ਕਿਸੇ ਦਿਨ ਪ੍ਰਕਰਨ ਆਇਆ ਤਾਂ ਆਪਾਂ ਦਰਸ਼ਨਾਂ ਦੀ ਬਾਬਤ, ਮਹਾਰਾਜ ਦੇ ਜੋ ਦਰਸ਼ਨ ਹਨ ਭਗਤ ਪਿਆਰੇ ਜਿਸ ਵਾਸਤੇ ਬੇਬਲ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਪ੍ਰੇਮ ਦਾ ਉਮਾੜਾ ਹੈ ਗੁਰਸਿੱਖੋ। ਪ੍ਰੇਮ ਜਦੋਂ ਉਛਾਲਾ ਮਾਰਦਾ ਨਾ, ਉਹ ਫਿਰ ਤਰਲਾ ਲੈਂਦੇ ਅੰਦਰੋਂ, ਮਹਾਰਾਜ ਕਿਵੇਂ ਆਪ ਨੂੰ ਆ ਕਰਕੇ ਕਿਉਂ ਮਿਲੀਏ ਹਰ ਜਾਏ, ਕਿਵੇਂ ਮਹਾਰਾਜ ਤੁਹਾਨੂੰ ਜਾ ਕਰਕੇ ਮਿਲ ਸਕੀਏ।